हाँ जी, बहुत बहुत स्वागत है तुहाडा सब दा अज दी क्लास दे विच। अज हैगी है हिस्टरी दी फस्ट क्लास। इस तो पहला आपां सिलेबस डिस्कस कर चुके हैं कि हिस्टरी दे विच किहड़े-किहड़े टॉपिक ने ते किहड़े कॉन्सैप्ट आपां क्लीयर करने ने। पहला टॉपिक हैगा जी की, कदों, कित्थे ते किवें। ये अपना फस्ट चैप्टर है ते इहदे विच आपां देखांगे कि पहली बार इंसान कित्थे रहिंदा सी, की करदा सी, किवें दी सी उहदी लाइफ। ये सारा कुछ अज दे टॉपिक दे विच पढ़ना आपां ने। ਤੇ ਉਹ ਕਿਹੜੇ ਸਰੋਤ ਨੇ ਜਿਨ੍ਹਾਂ ਤੋਂ ਆਪਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਆ। ਠੀਕ ਹੈ ਜੀ, ਟੌਪਿਕ ਸ਼ੁਰੂ ਕਰ ਲੈਂਦੇ ਆ। ਹਾਂਜੀ, ਆਪਾਂ ਇਤਿਹਾਸ ਪੜ੍ਹਨ ਜਾ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਤਿਹਾਸ ਕੀ ਹੈ। ਦੇਖੋ, ਜੋ ਵੀ ਬੀਤ ਗਿਆ ਉਹ ਇਤਿਹਾਸ ਬਣ ਜਾਂਦਾ, ਚਾਹੇ ਸਾਲ ਪਹਿਲਾਂ, 6 ਮਹੀਨੇ ਪਹਿਲਾਂ ਜੋ ਵੀ ਹੋਇਆ, ਕੱਲ ਕੀ ਹੋਇਆ ਉਹ ਵੀ ਇਤਿਹਾਸ ਬਣ ਜਾਊ, ਜੋ ਅੱਜ ਆ ਉਹ ਵੀ ਕੱਲ ਨੂੰ ਇਤਿਹਾਸ ਬਣ ਜਾਣਾ ਹੈ ਨਾ। ਮਤਲਬ ਜੋ ਵੀ ਚੀਜ਼ ਬੀਤ ਗਈ ਆ ਉਹ ਕੀ ਬਣ ਜਾਂਦੀ ਹੈ, ਇਤਿਹਾਸ ਬਣ ਜਾਂਦੀ ਆ। ਇਤਿਹਾਸ ਅਤੀਤ ਦਾ ਅਧਿਐਨ ਹੈ। ਬੀਤ ਚੁੱਕੇ ਸਮੇਂ ਦੇ ਵਿੱਚ ਕੀ ਹੋਇਆ, ਕਿਹੜੀਆਂ ਘਟਨਾਵਾਂ ਵਾਪਰੀਆਂ ਨੇ, ਉਹ ਆਪਾਂ ਨੂੰ ਇਤਿਹਾਸ ਤੋਂ ਪਤਾ ਲੱਗਦੀਆਂ ਨੇ। ਤੇ ਇਹ ਪੜ੍ਹਨਾ ਆਪਣੇ ਲਈ ਜ਼ਰੂਰੀ ਕਿਉਂ ਆ? ਕਿਉਂਕਿ ਪਹਿਲੇ ਜਿਹੜੇ ਮਨੁੱਖ ਸੀ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ, ਕਿੱਥੇ ਰਹਿੰਦੇ ਸੀ ਉਹ, ਤੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਹ ਸਾਰੀਆਂ ਚੀਜ਼ਾਂ ਆਪਣੇ ਲਈ ਜਾਣਨੀਆਂ ਜ਼ਰੂਰੀ ਨੇ, ਕਿਉਂਕਿ ਜੇ ਆਪਾਂ ਨੇ ਆਪਣੇ ਵਰਤਮਾਨ ਨੂੰ ਹੋਰ ਵੀ ਜ਼ਿਆਦਾ ਵਧੀਆ ਬਣਾਉਣਾ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਤੀਤ ਦੇ ਵਿੱਚ ਕੀ ਹੋਇਆ ਹੈ ਨਾ। ਅਤੇ ਉਦੋਂ ਤਾਂ ਇੰਨੀਆਂ ਸਹੂਲਤਾਂ ਵੀ ਨਹੀਂ ਸੀ ਜਿਹੜੀਆਂ, ਮਤਲਬ ਕਿ ਸਹੂਲਤਾਂ ਜਿਹੜੀਆਂ ਵੀ ਫੈਸਿਲਿਟੀਜ਼ ਅੱਜ ਆਪਾਂ ਨੂੰ ਪ੍ਰੋਵਾਈਡ ਨੇ ਉਹ ਬਹੁਤ ਸਮਾਂ ਪਹਿਲਾਂ ਤਾਂ ਨਹੀਂ ਹੈਗੀਆਂ ਸੀ ਨਾ। ਅਤੇ ਇਹਨਾਂ ਦੀ ਸ਼ੁਰੂਆਤ ਆ ਜਿਹੜੀ ਉਹ ਪ੍ਰਾਚੀਨ ਸਮੇਂ ਦੇ ਵਿੱਚ ਹੋ ਚੁੱਕੀ ਸੀ, ਕਿਉਂਕਿ ਹੌਲੀ ਹੌਲੀ ਇਨਸਾਨ ਡਿਵੈਲਪ ਹੋਇਆ। ਹੁਣ ਇਹ ਤਾਂ ਨਹੀਂ ਹੈਗਾ ਵੀ ਆਪਾਂ ਸਵੇਰ ਨੂੰ ਉੱਠਿਆ ਔਰ ਦੇਖਿਆ ਕਿ ਸਾਰਾ ਕੁਛ ਚੇਂਜ ਹੋ ਗਿਆ। ਇਹਦੀ ਸ਼ੁਰੂਆਤ ਤਾਂ ਸਦੀਆਂ ਪਹਿਲਾਂ ਪ੍ਰਾਚੀਨ ਸਮੇਂ ਦੇ ਵਿੱਚ ਹੋ ਚੁੱਕੀ ਸੀ ਨਾ। ਜਿਹੜੇ ਪਹਿਲੇ ਮਨੁੱਖ ਨੇ ਉਹਨਾਂ ਕਰਕੇ ਹੀ ਆਪਾਂ ਨੂੰ ਇਹ ਸਾਰੀਆਂ ਜਿਹੜੀਆਂ ਸਹੂਲਤਾਂ ਨੇ ਉਹ ਮਿਲੀਆਂ ਨੇ। ਇਸ ਲਈ ਆਪਣੇ ਲਈ ਇਤਿਹਾਸ ਜਾਣਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਕਿ ਆਪਾਂ ਇੱਥੇ ਤੱਕ ਕਿਵੇਂ ਪਹੁੰਚੇ, ਕਿਵੇਂ ਇੰਨਾ ਵਿਕਾਸ ਹੋਇਆ। ਠੀਕ ਹੈ ਜੀ। ਇਤਿਹਾਸ ਸ਼ਬਦ ਯੂਨਾਨੀ ਭਾਸ਼ਾ ਦੇ ਸ਼ਬਦ ਹਿਸਟੋਰੀਆ ਤੋਂ ਬਣਿਆ ਹੈ। ਇਸ ਦਾ ਅਰਥ ਹੈਗਾ ਭੂਤਕਾਲ ਦਾ ਗਿਆਨ। ਬੀਤ ਚੁੱਕੇ ਸਮੇਂ ਦੇ ਬਾਰੇ ਆਪਾਂ ਨੂੰ ਜਾਣਕਾਰੀ ਮਿਲਦੀ ਆ। ਹੈਰੋਡੋਟਸ ਜਿਸ ਨੇ ਸਭ ਤੋਂ ਪਹਿਲਾਂ ਇਤਿਹਾਸ ਲਿਖਿਆ ਉਸ ਨੂੰ ਇਤਿਹਾਸ ਦਾ ਪਿਤਾਮਾ ਕਿਹਾ ਜਾਂਦਾ ਹੈ। ਮੋਸਟ ਇੰਪੋਰਟੈਂਟ। ਅਤੀਤ ਇੱਕ ਜਾਂ ਅਨੇਕ। ਦੇਖੋ, ਜਿਵੇਂ ਤੁਸੀਂ NCERT ਬੁੱਕ ਦੇ ਅੱਗੇ ਲਿਖਿਆ ਹੋਇਆ, ਮਤਲਬ ਇਹਨਾਂ ਨੇ ਲਿਖਿਆ ਹਮਾਰੇ ਅਤੀਤ। ਹਮਾਰੇ ਮਤਲਬ ਬਹੁਤ ਸਾਰੇ। ਹੁਣ ਇਹ ਤਾਂ ਨਹੀਂ ਹੈਗਾ ਕਿ ਸਿਰਫ ਆਪਣੇ ਇੱਕ ਇਨਸਾਨ ਬਾਰੇ ਹੀ ਜਾਣਨਾ ਕਿ ਹਾਂ ਉਸ ਟਾਈਮ ਕੀ ਹੋਇਆ ਸੀ। ਆਪਾਂ ਨੇ ਇਹਦੇ ਵਿੱਚ ਜਾਣਨਾ ਸਾਰੇ ਸਮਾਜ ਬਾਰੇ। ਜਿਵੇਂ ਦੇਖੋ, ਵੱਖ-ਵੱਖ ਸਮੂਹ ਦੇ ਲੋਕਾਂ ਲਈ ਅਤੀਤ ਦੇ ਵੱਖ-ਵੱਖ ਮਾਇਨੇ ਹਨ। ਉਦਾਹਰਨ ਦੇ ਲਈ ਪਸ਼ੂ ਪਾਲਕਾਂ ਅਤੇ ਕਿਸਾਨਾਂ ਦਾ ਜੀਵਨ ਆ ਉਹ ਰਾਜਿਆਂ ਅਤੇ ਰਾਣੀਆਂ ਤੋਂ ਅਲੱਗ ਸੀ। ਹੁਣ ਕਿਸਾਨਾਂ ਦਾ ਜੀਵਨ ਅਲੱਗ ਹੋਊਗਾ, ਵਪਾਰੀਆਂ ਦਾ ਜੀਵਨ ਵੀ ਅਲੱਗ ਹੋਊਗਾ, ਸ਼ਿਲਪਕਾਰਾਂ ਦਾ ਜੀਵਨ। ਇਹ ਤਾਂ ਨਹੀਂ ਹੈਗਾ ਵੀ ਸਾਰਿਆਂ ਦਾ ਲਾਈਫ ਸਟਾਈਲ, ਵੀ ਜਿਹੜੇ ਵੀ ਲੋਕ ਸੁਸਾਇਟੀ ਦੇ ਵਿੱਚ ਰਹਿੰਦੇ ਨੇ ਸਾਰਿਆਂ ਦਾ ਲਾਈਫ ਸਟਾਈਲ ਇੱਕੋ ਜਿਹਾ ਹੁੰਦਾ। ਹਰੇਕ ਦਾ ਲਾਈਫ ਸਟਾਈਲ ਅਲੱਗ ਹੁੰਦਾ। ਅਤੇ ਇਸ ਲਈ ਆਪਾਂ ਨੇ ਸਿਰਫ ਰਾਜੇ ਰਾਣੀਆਂ ਬਾਰੇ ਜਾਂ ਕਿਸੇ ਇੱਕ ਇਨਸਾਨ ਬਾਰੇ ਨਹੀਂ ਆਪਾਂ ਨੇ ਜਾਣਨਾ। ਆਪਾਂ ਨੇ ਉਸ ਸਮਾਜ ਦੇ ਵਿੱਚ ਰਹਿੰਦੇ ਹਰ ਇੱਕ ਇਨਸਾਨ ਬਾਰੇ, ਚਾਹੇ ਉਹ ਕੋਈ ਮਤਲਬ ਕਿ ਚਾਹੇ ਰਾਜਾ, ਚਾਹੇ ਕਿਸਾਨ ਆ, ਮਤਲਬ ਕੋਈ ਵੀ ਆਮ ਇਨਸਾਨ ਬਾਰੇ ਵੀ ਆਪਾਂ ਨੇ ਇਹਦੇ ਵਿੱਚ ਜਾਣਕਾਰੀ ਹਾਸਿਲ ਕਰਨੀ ਆ ਕਿ ਸਮਾਜ ਦੇ ਵਿੱਚ ਜਿਹੜੇ ਆਮ ਲੋਕ ਸੀ ਉਹਨਾਂ ਦਾ ਜੀਵਨ ਕਿਵੇਂ ਦਾ ਸੀ, ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਵਰਤਦੇ ਸੀ, ਹੈ ਨਾ। ਮਤਲਬ ਵੀ ਰਾਜੇ ਤੋਂ ਲੈ ਕੇ ਇੱਕ ਆਮ ਇਨਸਾਨ ਤੱਕ ਦਾ ਬਾਰੇ ਆਪਾਂ ਨੇ ਇਸ ਦੇ ਵਿੱਚ ਇਤਿਹਾਸ ਦੇ ਵਿੱਚ ਪੜ੍ਹਨਾ। ਰਾਜੇ ਆਪਣੀਆਂ ਜਿੱਤਾਂ ਦਾ ਲੇਖਾ ਜੋਖਾ ਰੱਖਦੇ ਸਨ, ਜਿਨ੍ਹਾਂ ਤੋਂ ਸਾਨੂੰ ਉਸ ਸਮੇਂ ਦੀਆਂ ਲੜਾਈਆਂ ਬਾਰੇ ਪਤਾ ਚੱਲਦਾ ਹੈ। ਹੁਣ ਇਹ ਤਾਂ ਆਪਾਂ ਨੂੰ ਪਤਾ ਕਿ ਰਾਜੇ ਸੀ ਜਿਹੜੇ ਉਹ ਤਾਂ ਆਪਣੀਆਂ ਜਿੱਤਾਂ ਬਾਰੇ ਬੁੱਕਸ ਦੇ ਵਿੱਚ ਲਿਖਵਾ ਲੈਂਦੇ ਸੀ, ਪੱਥਰਾਂ 'ਤੇ ਲਿਖਵਾਉਂਦੇ ਸੀ, ਹੈ ਨਾ। ਪਰ ਜਿਹੜੇ ਆਮ ਲੋਕ ਸੀ ਉਹ ਤਾਂ ਉਹਨਾਂ ਬਾਰੇ ਆਪਾਂ ਨੂੰ ਕਿਵੇਂ ਪਤਾ ਲੱਗੂ? ਉਹ ਕਿਹੜਾ ਵਿਚਾਰੇ ਕਿਤਾਬਾਂ ਲਿਖਦੇ ਸੀ, ਹੈ ਨਾ, ਜਾਂ ਕਿਤੇ ਲਿਖਦੇ ਸੀ ਕੰਧਾਂ ਦੇ ਉੱਪਰ ਜਾਂ ਪੱਥਰਾਂ ਦੇ ਉੱਪਰ। ਅਤੇ ਆਮ ਲੋਕਾਂ ਦੇ ਜੀਵਨ ਬਾਰੇ ਸਾਨੂੰ ਪਤਾ ਲੱਗਦਾ ਪੁਰਾਤਨ ਵਸਤਾਂ ਤੋਂ, ਜਿਹੜੀਆਂ ਸਾਨੂੰ ਪੁਰਾਣੀਆਂ ਚੀਜ਼ਾਂ ਲੱਭਦੀਆਂ ਮਿਲਦੀਆਂ ਨੇ, ਹੈ ਨਾ। ਜਿਹੜੀਆਂ ਕਿ ਪੁਰਾਤੱਤਵ ਵਿਗਿਆਨੀ ਖੁਦਾਈ ਕਰਕੇ ਲੱਭਦੇ ਨੇ। ਉਹ ਕਿਸੇ ਵੀ ਸਥਾਨ 'ਤੇ ਜਾਂਦੇ ਨੇ, ਉੱਥੇ ਦੇਖਦੇ ਨੇ, ਸਰਚ ਕਰਦੇ ਨੇ ਕਿ ਹਾਂ ਆਹ ਚੀਜ਼ਾਂ ਸੀ ਜਿਹੜੀਆਂ ਲੋਕ ਪਹਿਲਾਂ ਵਾਲੇ ਇਸਤੇਮਾਲ ਕਰਦੇ ਸੀ। ਜਿਵੇਂ ਕਿ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਿ ਮਜ਼ਬੂਤ ਹੁੰਦੀਆਂ ਨੇ, ਜਿਵੇਂ ਲੋਹੇ ਤੋਂ ਬਣੀਆਂ ਹੋਈਆਂ, ਪੱਥਰ ਤੋਂ ਬਣੀਆਂ ਹੋਈਆਂ, ਉਹ ਨਸ਼ਟ ਨਹੀਂ ਹੁੰਦੀਆਂ। ਤਾਂ ਉਹ ਇਹਨਾਂ ਨੂੰ ਮਿਲਦੀਆਂ ਨੇ ਜਿਹੜੇ ਕਿ ਪੁਰਾਤੱਤਵ ਵਿਗਿਆਨੀ ਨੇ, ਇਤਿਹਾਸਕਾਰ ਨੇ। ਫਿਰ ਉਹਨਾਂ ਬਾਰੇ ਜਾਂਚ ਪੜਤਾਲ ਕਰਦੇ ਨੇ ਵੀ ਹਾਂ ਵੀ ਆਹ ਸਮੇਂ ਦੇ ਵਿੱਚ ਆਹ ਚੀਜ਼ ਹੋਈ ਸੀ, ਲੋਕ ਇੱਥੇ ਰਹਿੰਦੇ ਸੀ, ਇਸ ਤਰ੍ਹਾਂ ਦੀਆਂ ਚੀਜ਼ਾਂ ਵਰਤਦੇ ਸੀ। ਅਤੇ ਇੱਥੇ ਆਪਣਾ ਕੀ ਮੋਟਿਵ ਆ ਕਿ ਆਪਾਂ ਨੇ ਸਮਾਜ ਦੇ ਵਿੱਚ ਰਹਿੰਦੇ ਹਰ ਇੱਕ ਇਨਸਾਨ ਬਾਰੇ ਪੜ੍ਹਨਾ, ਇੱਕ ਆਮ ਇਨਸਾਨ ਬਾਰੇ ਵੀ ਅਤੇ ਰਾਜੇ ਅਤੇ ਰਾਣੀਆਂ ਬਾਰੇ ਵੀ। ਹਾਂਜੀ, ਅੱਗੇ ਹੈਗਾ ਕਿ ਅਤੀਤ ਦੇ ਬਾਰੇ ਅਸੀਂ ਕੀ ਜਾਣ ਸਕਦੇ ਹਾਂ। ਇਹਦੇ ਵਿੱਚ ਆਪਾਂ ਨੇ ਦੇਖਣਾ ਕਿ ਲੋਕ ਕਿੱਥੇ ਰਹਿੰਦੇ ਸੀ,
ਕੀ ਖਾਂਦੇ ਸੀ, ਕਿਹੋ ਜਿਹੇ ਕੱਪੜੇ ਪਹਿਨਦੇ ਸੀ ਤੇ ਉਹਨਾਂ ਦੇ ਘਰ ਕਿਵੇਂ ਦੇ ਸੀ। ਦੇਖੋ ਇਹੀ ਇਨਸਾਨ ਦੀਆਂ ਮੁੱਢਲੀਆਂ ਲੋੜਾਂ ਹੁੰਦੀਆਂ ਨੇ ਨਾ। ਆਪਣੀ ਮੁੱਢਲੀ ਜ਼ਰੂਰਤ ਕੀ ਆ, ਰੋਟੀ, ਕੱਪੜਾ ਤੇ ਮਕਾਨ। ਇਹਨਾਂ ਚੀਜ਼ਾਂ ਬਾਰੇ ਆਪਾਂ ਦੇਖਾਂਗੇ ਕਿ ਆਪਾਂ ਨੂੰ ਪਤਾ ਇਤਿਹਾਸ ਦੇ ਥਰੂ ਆਪਾਂ ਨੂੰ ਪਤਾ ਲੱਗਦਾ ਕਿ ਲੋਕ ਕਿਸ ਤਰ੍ਹਾਂ ਦਾ ਪਹਿਰਾਵਾ ਪਹਿਨਦੇ ਸੀ, ਕਿੱਥੇ ਰਹਿੰਦੇ ਸੀ, ਉਹ ਕਿਹੜੇ ਕਿਹੜੇ ਸਥਾਨਾਂ ਤੇ ਉਹ ਸ਼ੁਰੂ ਦੇ ਵਿੱਚ ਰਹੇ ਨੇ। ਇਹ ਸਾਰਾ ਕੁਝ ਦੇਖਣਾ ਆਪਾਂ ਨੇ। ਹਾਂਜੀ, ਆਪਾਂ ਦੇਖ ਲੈਂਦੇ ਹਾਂ ਕਿ ਲੋਕ ਰਹਿੰਦੇ ਕਿੱਥੇ ਸੀ, ਮਤਲਬ ਕਿ ਸਭ ਤੋਂ ਪਹਿਲਾਂ ਕਿਹੜੇ ਸਥਾਨਾਂ ਤੇ ਲੋਕ ਰਹਿੰਦੇ ਰਹੇ ਨੇ। ਨਰਮਦਾ ਨਦੀ ਦੇ ਕਿਨਾਰੇ ਕਈ ਲੱਖ ਸਾਲ ਪਹਿਲਾਂ, ਸੁਲੇਮਾਨ ਅਤੇ ਕਿਰਥਰ ਦੀਆਂ ਪਹਾੜੀਆਂ ਵਿੱਚ 8000 ਸਾਲ ਪਹਿਲਾਂ ਰਹਿੰਦੇ ਸੀ ਲੋਕ, ਗਾਰੋ ਅਤੇ ਵਿੰਧਿਆਚਲ ਦੀਆਂ ਪਹਾੜੀਆਂ ਵਿੱਚ, ਤੇ ਸਿੰਧ ਨਦੀ ਦੇ ਕਿਨਾਰੇ 4700 ਸਾਲ ਪਹਿਲਾਂ, ਤੇ ਗੰਗਾ ਨਦੀ ਦੇ ਕਿਨਾਰੇ 2500 ਸਾਲ ਪਹਿਲਾਂ ਲੋਕ ਰਹਿੰਦੇ ਰਹੇ ਨੇ। ਗੰਗਾ ਦੀ ਸਹਾਇਕ ਨਦੀ ਸੋਨ ਦੇ ਕਿਨਾਰੇ ਮਗਧ ਵਰਗੇ ਨਗਰਾਂ ਦਾ ਵਿਕਾਸ ਹੋਇਆ। 6ਵੇਂ ਚੈਪਟਰ ਦੇ ਵਿੱਚ ਆਪਾਂ ਮਗਧ ਬਾਰੇ ਡਿਟੇਲ ਦੇ ਵਿੱਚ ਪੜਾਂਗੇ। ਹਾਂਜੀ, ਨਰਮਦਾ ਨਦੀ ਦੇ ਕਿਨਾਰੇ ਜਦੋਂ ਲੋਕ ਰਹਿੰਦੇ ਸੀ ਉਹ ਕੀ ਕਰਦੇ ਸੀ, ਮਤਲਬ ਉਹ ਸਿਰਫ ਭੋਜਨ ਇਕੱਠਾ ਕਰਦੇ ਸੀ, ਕਿਉਂਕਿ ਉਦੋਂ ਅਨਾਜ ਬਾਰੇ ਇੰਨੀ ਨੌਲੇਜ ਨਹੀਂ ਸੀ, ਇੰਨਾ ਗਿਆਨ ਨਹੀਂ ਆਇਆ ਸੀ ਹਲੇ ਇਨਸਾਨ ਨੂੰ। ਜਾਨਵਰਾਂ ਦਾ ਸ਼ਿਕਾਰ ਕਰਦੇ ਸੀ ਤੇ ਜੰਗਲਾਂ ਬਾਰੇ ਇਹਨਾਂ ਨੂੰ ਕਾਫੀ ਜਾਣਕਾਰੀ ਸੀ। ਦੇਖੋ ਇੱਕ ਇਨਸਾਨ ਆ ਜੰਗਲ ਦੇ ਵਿੱਚ ਰਹਿੰਦਾ ਤਾਂ ਉਹਨੂੰ ਨੌਲੇਜ ਹੋ ਹੀ ਜਾਊਗੀ ਉੱਥੋਂ ਦੀ। ਉਹਨੂੰ ਪਤਾ ਸੀ ਕਿ ਮੈਨੇ ਕਿਹੜੀ ਚੀਜ਼ ਖਾਣੀ ਆ, ਕਿਹੜੀ ਚੀਜ਼ ਨਹੀਂ ਖਾਣੀ, ਇਹ ਸਾਰੀਆਂ ਚੀਜ਼ਾਂ ਦੇ ਬਾਰੇ ਉਹਨੂੰ ਪਤਾ ਸੀ। ਤੇ ਉਹ ਕੀ ਕਰਦਾ ਸੀ, ਉਹਦਾ ਮਕਸਦ ਕੀ ਸੀ, ਬਸ ਭੋਜਨ ਖਾ ਕੇ ਜਿਉਂਦਾ ਰਹਿਣਾ। ਇਸ ਤੋਂ ਮਤਲਬ ਇੱਥੇ ਤੱਕ ਹੀ ਸੀਮਤ ਸੀ ਜਦੋਂ ਉਹ ਨਰਮਦਾ ਨਦੀ ਦੇ ਕਿਨਾਰੇ ਰਹਿੰਦਾ ਸੀ। ਤੇ ਜਿਹੜਾ ਮਨੁੱਖ ਸੀਗਾ ਉਹ ਸਿਰਫ ਇੱਥੇ ਤੱਕ ਹੀ ਸੀਮਤ ਸੀ ਕਿ ਉਹਨੇ ਆਪਣੇ ਆਪ ਨੂੰ ਜਿਉਂਦਾ ਰੱਖਣਾ ਸੀ। ਉਹਦੇ ਲਈ ਉਹਨੂੰ ਭੋਜਨ ਦੀ ਤਲਾਸ਼ ਸੀ, ਉਹ ਭੋਜਨ ਜੰਗਲਾਂ ਦੇ ਵਿੱਚੋਂ ਲੱਭਦਾ ਸੀ, ਇਕੱਠਾ ਕਰਦਾ ਸੀ, ਹੈ ਨਾ। ਤੇ ਉਹਨੂੰ ਨੌਲੇਜ ਹੈਗੀ ਸੀ ਉਹਨੂੰ ਵੀ ਜੰਗਲਾਂ ਦੇ ਵਿੱਚ ਉਹਨੂੰ ਕਿਹੜੀਆਂ ਵਸਤੂਆਂ ਖਾਣੀਆਂ ਨੇ ਤੇ ਕਿਹੜੀਆਂ ਵਸਤੂਆਂ ਨੇ ਨਹੀਂ ਖਾਣੀਆਂ। ਹਾਂਜੀ, ਅੱਗੇ ਹੈਗਾ ਸੁਲੇਮਾਨ ਅਤੇ ਕਿਰਥ ਦੀਆਂ ਪਹਾੜੀਆਂ ਵਿੱਚ 8000 ਸਾਲ ਪਹਿਲਾਂ। ਇੱਥੇ ਸਭ ਤੋਂ ਪਹਿਲਾਂ ਅਨਾਜ ਉਗਾਇਆ ਗਿਆ ਸੀ, ਕਣਕ ਅਤੇ ਜੌਂ। ਮੋਸਟ ਇੰਪੋਰਟੈਂਟ ਕੁਐਸਚਨ ਆ। ਜਾਨਵਰਾਂ ਨੂੰ ਪਾਲਤੂ ਬਣਾਇਆ ਜਾਣ ਲੱਗਿਆ, ਭੇਡ, ਬੱਕਰੀ, ਗਾਂ ਅਤੇ ਬੈਲ ਨੂੰ ਪਾਲਤੂ ਬਣਾਇਆ ਜਾਣ ਲੱਗਿਆ। ਤੇ ਹੁਣ ਕੀ ਸੀ ਕਿ ਮਨੁੱਖ ਨੂੰ ਅਨਾਜ ਬਾਰੇ ਗਿਆਨ ਹੋਣ ਲੱਗ ਗਿਆ ਸੀ ਤੇ ਕਣਕ ਅਤੇ ਜੌਂ ਸਭ ਤੋਂ ਪਹਿਲਾਂ ਇਹ ਅਨਾਜ ਉਗਾਇਆ ਗਿਆ ਸੀ ਸੁਲੇਮਾਨ ਅਤੇ ਕਿਰਥਰ ਦੀਆਂ ਪਹਾੜੀਆਂ ਵਿੱਚ 8000 ਸਾਲ ਪਹਿਲਾਂ। ਹਾਂਜੀ, ਅੱਗੇ ਹੈਗਾ ਵਿੰਧਿਆਚਲ ਦੀਆਂ ਪਹਾੜੀਆਂ ਵਿੱਚ। ਇੱਥੇ ਖੇਤੀ ਦਾ ਵਿਕਾਸ ਹੋਣ ਲੱਗਿਆ ਸੀ। ਇੱਥੇ ਸਭ ਤੋਂ ਪਹਿਲਾਂ ਚਾਵਲ ਦੀ ਖੇਤੀ ਕੀਤੀ ਗਈ ਸੀ। ਮੋਸਟ ਇੰਪੋਰਟੈਂਟ ਕੁਐਸਚਨ, ਕਿਉਂਕਿ ਹੁਣ ਕੀ ਆ ਕਿ ਮਨੁੱਖ ਹੌਲੀ ਹੌਲੀ ਮਤਲਬ ਕਿ ਡਿਵੈਲਪ ਹੋ ਰਿਹਾ, ਠੀਕ ਹੈ। ਉਹਨੂੰ ਅਨਾਜ ਬਾਰੇ ਨੌਲੇਜ ਹੋਣ ਲੱਗ ਗਈ ਕਿ ਹਾਂ ਅਨਾਜ ਉਗਾਇਆ ਜਾ ਸਕਦਾ, ਕਿਉਂਕਿ ਸਭ ਤੋਂ ਪਹਿਲਾਂ ਤਾਂ ਉਹ ਕੀ ਕਰ ਰਿਹਾ ਸੀ, ਸਿਰਫ ਜੰਗਲਾਂ ਦੇ ਵਿੱਚੋਂ ਚੀਜ਼ਾਂ ਇਕੱਠੀਆਂ ਕਰਦਾ ਸੀ, ਸ਼ਿਕਾਰ ਕਰਦਾ ਸੀ। ਪਰ ਹੌਲੀ ਹੌਲੀ ਉਹਦਾ ਵਿਕਾਸ ਹੋ ਰਿਹਾ ਕਿ ਉਹਨੂੰ ਅਨਾਜ ਬਾਰੇ ਗਿਆਨ ਹੋਣ ਲੱਗ ਗਿਆ ਸੀ, ਠੀਕ ਹੈ ਜੀ। ਹਾਂਜੀ, ਸਿੰਧੂ ਨਦੀ ਦੇ ਕਿਨਾਰੇ ਲੋਕ 4700 ਸਾਲ ਪਹਿਲਾਂ ਰਹਿੰਦੇ ਸੀ। ਨਗਰਾਂ ਦੀ ਸ਼ੁਰੂਆਤ ਹੋਣ ਲੱਗੀ ਸੀ। ਸਿੰਧੂ ਘਾਟੀ ਸੱਭਿਅਤਾ ਇਹ 4ਥੇ ਚੈਪਟਰ ਦੇ ਵਿੱਚ ਆਪਾਂ ਇਹਨੂੰ ਡਿਟੇਲ ਦੇ ਵਿੱਚ ਤੇ ਡੀਪਲੀ ਪੜਾਂਗੇ। ਇਹਨੂੰ ਪਹਿਲਾ ਨਗਰੀਕਰਨ ਕਾਲ ਕਿਹਾ ਜਾਂਦਾ, ਜਿੱਥੋਂ ਕਿ ਨਗਰਾਂ ਦੀ ਸ਼ੁਰੂਆਤ ਹੋਈ ਸੀ 4700 ਸਾਲ ਪਹਿਲਾਂ, ਠੀਕ ਹੈ ਜੀ। ਅੱਗੇ ਹੈਗਾ ਗੰਗਾ ਅਤੇ ਇਸ ਦੀ ਸਹਾਇਕ ਨਦੀ ਸੋਨ ਦੇ ਕਿਨਾਰੇ 2500 ਸਾਲ ਪਹਿਲਾਂ ਨਗਰਾਂ ਦਾ ਵਿਕਾਸ ਹੋਣ ਲੱਗਿਆ ਸੀ। ਮਗਧ ਵਰਤਮਾਨ ਬਿਹਾਰ ਰਾਜ ਦੀ ਸਥਾਪਨਾ ਹੋਈ ਸੀ। ਮਗਧ ਬਾਰੇ ਵੀ ਆਪਾਂ ਡਿਟੇਲ ਦੇ ਵਿੱਚ ਪੜਾਂਗੇ ਆਪਣੇ 6ਵੇਂ ਚੈਪਟਰ ਦੇ ਵਿੱਚ। ਦੇਖੋ ਹੁਣ ਆਪਾਂ ਨੇ 5 ਪੁਆਇੰਟ ਦੇਖ ਲਏ ਕਿ ਲੋਕ ਇਹਨਾਂ ਜਗ੍ਹਾ ਤੇ ਇੰਨੇ ਸਾਲ ਪਹਿਲਾਂ ਰਹਿੰਦੇ ਰਹੇ ਨੇ। ਹੁਣ ਇਹ ਸਾਰੇ ਸਥਾਨਾਂ ਬਾਰੇ ਆਪਣੇ ਜਿਹੜੇ ਅਗਲੇ ਟੌਪਿਕ ਆਉਣਗੇ, ਚੈਪਟਰ ਆਉਣਗੇ, ਉਹਨਾਂ ਦੇ ਵਿੱਚ ਆਪਾਂ ਇਹਨਾਂ ਨੂੰ ਡੀਪਲੀ ਤੇ ਡਿਟੇਲ ਦੇ ਵਿੱਚ ਪੜਾਂਗੇ, ਕਿਉਂਕਿ NCERT ਨੇ ਪਹਿਲੇ ਚੈਪਟਰ ਦੇ ਵਿੱਚ ਸਿਰਫ ਇੰਨਾ ਕੁ ਹੀ ਲਿਖਿਆ ਹੋਇਆ। ਆਪਾਂ ਟੌਪਿਕ ਵਾਈਜ਼ ਚੀਜ਼ਾਂ ਨੂੰ ਪੜਾਂਗੇ ਨਾ, ਅੱਗੇ ਇਹਨਾਂ ਦੀ ਡਿਟੇਲ ਲਿਖੀ ਹੋਈ ਆ, ਉੱਥੇ ਆਪਾਂ ਇਹਨਾਂ ਨੂੰ ਡਿਟੇਲ ਦੇ ਵਿੱਚ ਪੜਾਂਗੇ। ਹਾਂਜੀ, ਆਪਾਂ ਨੂੰ ਇਤਿਹਾਸ ਤੋਂ ਪਤਾ ਲੱਗਦਾ ਕਿ ਲੋਕ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਯਾਤਰਾ ਕਰਦੇ ਰਹਿੰਦੇ ਸੀ। ਯਾਤਰਾਵਾਂ ਦੌਰਾਨ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ, ਕਿਉਂਕਿ ਉਸ ਟਾਈਮ ਇੰਨੀਆਂ ਫੈਸਿਲਿਟੀਜ਼ ਨਹੀਂ ਹੈਗੀਆਂ ਸੀ, ਹੈ ਨਾ। ਰਸਤੇ ਵਿੱਚ ਪਹਾੜ ਆਉਂਦੇ ਸੀ, ਨਦੀਆਂ, ਰੇਗਿਸਤਾਨ, ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਰ ਕਰਕੇ ਉਹ ਯਾਤਰਾ ਕਰਦੇ ਸੀ। ਤੇ ਹੁਣ ਜੇ ਆਪਾਂ ਸੋਚੀਏ ਕਿ ਇੱਕ ਜਗ੍ਹਾ ਟਿਕ ਕੇ ਕਿਉਂ ਨਹੀਂ ਰਹਿੰਦੇ ਸੀ, ਉਹ ਇਸ ਤਰ੍ਹਾਂ ਮਤਲਬ ਕਿ ਕਦੇ ਇੱਕ ਜਗ੍ਹਾ ਤੇ ਚਲੇ ਗਏ, ਫਿਰ ਕਿਸੇ ਹੋਰ ਜਗ੍ਹਾ ਤੇ ਚਲੇ ਗਏ, ਇਸੇ ਤਰ੍ਹਾਂ ਹੀ ਕਿਉਂ ਭਟਕਦੇ ਰਹਿੰਦੇ ਸੀ। ਕਈ ਲੋਕ ਜਾਂਦੇ ਸੀ ਰੋਜੀ ਰੋਟੀ ਦੀ ਤਲਾਸ਼ ਲਈ, ਕਿਉਂਕਿ ਉਹਨੂੰ ਲੱਗਦਾ ਸੀ ਕਿ ਭਾਈ ਇੱਥੇ ਰੁਜ਼ਗਾਰ ਨਹੀਂ, ਚਲੋ ਕਿਸੇ ਹੋਰ ਜਗ੍ਹਾ ਤੇ ਚੱਲਦੇ ਹਾਂ, ਉੱਥੇ ਰੁਜ਼ਗਾਰ ਲੱਭਾਂਗੇ, ਹੈ ਨਾ। ਤੇ ਕੁਦਰਤੀ ਆਫਤਾਂ ਕਾਰਨ ਕੋਈ ਹੜ੍ਹ ਆ ਗਿਆ, ਭੂਚਾਲ ਆ ਗਿਆ, ਤਾਂ ਉਹ ਜਗ੍ਹਾ ਛੱਡ ਦਿੰਦੇ ਸੀਗੇ, ਕਿਸੇ ਸੁਰੱਖਿਅਤ ਜਗ੍ਹਾ ਤੇ ਚੱਲਦੇ ਆ। ਫੌਜ ਦੂਸਰੇ ਖੇਤਰ ਉੱਪਰ ਜਿੱਤ ਹਾਸਿਲ ਕਰਨ ਲਈ ਜਾਂਦੀ ਸੀ। ਵਪਾਰੀ ਵਪਾਰ ਕਰਨ ਲਈ ਜਾਂਦੇ ਸੀਗੇ, ਬਹੁਤ ਸਾਰਾ ਸਮਾਨ ਲੱਦਦੇ ਸੀ ਤੇ ਚਲੇ ਜਾਂਦੇ ਸੀ ਕਿ ਚਲੋ ਭਾਈ ਹੁਣ ਇਹਨੂੰ ਸਮਾਨ ਨੂੰ ਆਪਾਂ ਵੇਚ ਕੇ ਆਉਂਦੇ ਹਾਂ। ਧਾਰਮਿਕ ਗੁਰੂ ਲੋਕਾਂ ਨੂੰ ਉਪਦੇਸ਼ ਦੇਣ ਲਈ ਯਾਤਰਾ ਕਰਦੇ ਸੀ।
ਕਿ ਭਾਈ ਤੁਸੀਂ ਆਪਣੇ ਜੀਵਨ ਨੂੰ ਕਿਵੇਂ ਜਿਉਣਾ, ਕਿਹੜੇ-ਕਿਹੜੇ ਨਿਯਮਾਂ ਦਾ ਤੁਸੀਂ ਪਾਲਣ ਕਰਨਾ, ਉਹ ਇਸ ਲਈ ਯਾਤਰਾ ਕਰਦੇ ਸੀ। ਤੇ ਕਈ ਲੋਕ ਰੌਚਕ ਤੱਥਾਂ ਦੀ ਜਾਣਕਾਰੀ ਹਾਸਿਲ ਕਰਨ ਲਈ ਯਾਤਰਾ ਕਰਦੇ ਸੀ, ਕਿਉਂਕਿ ਕਈ ਲੋਕਾਂ ਨੂੰ ਹੁੰਦੀ ਆ ਨਾ ਕਿਉਰਿਓਸਿਟੀ ਕਿ ਚਲੋ ਕਿਸੇ ਯੂਨੀਕ ਪਲੇਸ ਤੇ ਚੱਲਦੇ ਆ, ਦੇਖਦੇ ਆ ਕਿ ਉੱਥੇ ਖਾਸ ਕੀ ਆ ਨਾ, ਇਸ ਤਰ੍ਹਾਂ ਤੱਥਾਂ ਨੂੰ ਇਕੱਠਾ ਕਰਦੇ ਸੀ। ਤੇ ਇਹ ਪੁਆਇੰਟ ਨੇ ਮਤਲਬ ਕਿ ਜਿਨ੍ਹਾਂ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਲੋਕ ਇੱਕ ਜਗ੍ਹਾ ਕਿਉਂ ਨਹੀਂ ਰਹਿੰਦੇ ਸੀ, ਉਹ ਹਮੇਸ਼ਾ ਹੀ ਯਾਤਰਾ ਕਰਦੇ ਰਹਿੰਦੇ ਸੀ, ਕਿ ਬਸ ਘੁੰਮਦੇ ਫਿਰਦੇ ਰਹਿੰਦੇ ਸੀ। ਹਾਂਜੀ, ਅੱਗੇ ਆਪਾਂ ਦੇਖ ਲੈਂਦੇ ਹਾਂ ਕਿ ਆਪਣੇ ਦੇਸ਼ ਦਾ ਨਾਮ ਇੰਡੀਆ ਕਿਵੇਂ ਪਿਆ। ਇੰਡੀਆ ਇੰਡਸ ਸ਼ਬਦ ਚੋਂ ਨਿਕਲਿਆ, ਜਿਸ ਨੂੰ ਸੰਸਕ੍ਰਿਤ ਦੇ ਵਿੱਚ ਕੀ ਕਹਿੰਦੇ ਆ, ਸਿੰਧੂ ਕਿਹਾ ਜਾਂਦਾ। ਲਗਭਗ 2500 ਸਾਲ ਪਹਿਲਾਂ ਉੱਤਰ ਪੱਛਮ ਵੱਲੋਂ ਈਰਾਨੀ ਅਤੇ ਯੂਨਾਨੀ ਭਾਰਤ ਵਿੱਚ ਆਏ। ਈਰਾਨੀ ਇਹਨੂੰ ਹਿੰਦੋਸ ਕਹਿੰਦੇ ਸੀ, ਸਿੰਧੂ ਨਦੀ ਨੂੰ ਹਿੰਦੋਸ ਕਹਿੰਦੇ ਸੀ, ਤੇ ਯੂਨਾਨੀ ਕਹਿੰਦੇ ਸੀ ਇੰਡਸ। ਤੇ ਕਹਿੰਦੇ ਜਿਹੜਾ ਭਾਗ ਇਹਦੇ ਪੂਰਬ ਵਿੱਚ ਸਥਿਤ ਆ ਉਹ ਕੀ ਆ, ਇੰਡੀਆ। ਇਸ ਤਰ੍ਹਾਂ ਈਰਾਨੀਆਂ ਤੇ ਯੂਨਾਨੀਆਂ ਨੇ ਇਹ ਆਪਣੇ ਦੇਸ਼ ਨੂੰ ਨਾਮ ਦਿੱਤਾ ਸੀ ਇੰਡੀਆ। ਅੱਗੇ ਆਪਣੇ ਦੇਸ਼ ਦਾ ਨਾਮ ਭਾਰਤ ਕਿਵੇਂ ਪਿਆ ਜੀ। ਕੁਝ ਲੋਕ ਉੱਤਰ ਪੱਛਮ ਵਿੱਚ ਰਹਿੰਦੇ ਸੀ, ਇੱਥੇ ਰਹਿਣ ਵਾਲੇ ਲੋਕਾਂ ਨੂੰ ਭਾਰਤ ਕਿਹਾ ਜਾਂਦਾ ਸੀ। ਇਸ ਸਮੂਹ ਦਾ ਜ਼ਿਕਰ, ਜਿਹੜਾ ਇਹ ਸਮੂਹ ਰਹਿੰਦਾ ਸੀ ਜਿਹਨੂੰ ਭਾਰਤ ਕਿਹਾ ਜਾਂਦਾ ਸੀ, ਇਹਦਾ ਜ਼ਿਕਰ ਮਿਲੂਗਾ ਆਪਾਂ ਨੂੰ ਰਿਗਵੇਦ ਦੇ ਵਿੱਚ, ਜਿਹੜਾ ਕਿ 3500 ਸਾਲ ਪਹਿਲਾਂ ਜਿਹੜਾ ਰਿਗਵੇਦ ਲਿਖਿਆ ਸੀ ਨਾ, ਉਹਦੇ ਵਿੱਚ ਇਸ ਸਮੂਹ ਦਾ ਨਾਮ ਮਿਲਦਾ ਆਪਾਂ ਨੂੰ ਭਾਰਤ। ਦੇ ਬਾਅਦ ਵਿੱਚ ਇਸੇ ਨਾਮ ਤੋਂ ਹੀ ਆਪਣੇ ਦੇਸ਼ ਦਾ ਨਾਮ ਪੈ ਗਿਆ ਭਾਰਤ। ਹਾਂਜੀ, ਅੱਗੇ ਆਪਾਂ ਦੇਖ ਲੈਂਦੇ ਹਾਂ ਸਰੋਤ। ਹੁਣ ਜਿਹੜੀਆਂ ਇਹ ਚੀਜ਼ਾਂ ਆਪਾਂ ਨੇ ਪੜ੍ਹੀਆਂ ਨੇ ਕਿ ਲੋਕ ਇੱਥੇ ਰਹਿੰਦੇ ਸੀ, ਇਹ ਚੀਜ਼ਾਂ ਕਰਦੇ ਸੀ, ਯਾਤਰਾਵਾਂ ਕਰਦੇ ਸੀ, ਹੈ ਨਾ। ਤੇ ਫਿਰ ਆਪਾਂ ਨੂੰ ਇਹਨਾਂ ਚੀਜ਼ਾਂ ਬਾਰੇ ਕਿੱਥੋਂ ਪਤਾ ਲੱਗਦਾ, ਸਰੋਤਾਂ ਤੋਂ ਪਤਾ ਲੱਗਦਾ। ਜਿਵੇਂ ਪਾਂਡੂ ਲਿਪੀ ਹੋ ਗਈ, ਸ਼ਿਲਾਲੇਖ ਹੋ ਗਏ, ਪੁਰਾਤੱਤਵ ਚੀਜ਼ਾਂ ਮਤਲਬ ਕਿ ਪੁਰਾਣੀਆਂ ਚੀਜ਼ਾਂ ਜਿਹੜੀਆਂ ਲੱਭਦੀਆਂ ਨੇ, ਹੈ ਨਾ, ਉਹਨਾਂ ਤੋਂ ਆਪਾਂ ਨੂੰ ਪਤਾ ਲੱਗਦਾ। ਤੇ ਹੁਣ ਆਪਾਂ ਇਸ ਸਰੋਤਾਂ ਬਾਰੇ ਡਿਟੇਲ ਦੇ ਵਿੱਚ ਪੜ੍ਹ ਲੈਂਦੇ ਹਾਂ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਪਾਂਡੂ ਲਿਪੀਆਂ ਬਾਰੇ। ਪਹਿਲਾਂ ਕਹਿੰਦੇ ਅਤੀਤ ਵਿੱਚ ਲਿਖੀਆਂ ਗਈਆਂ ਪੁਸਤਕਾਂ ਨੂੰ ਲੱਭਣਾ, ਪੜ੍ਹਨਾ। ਆਪਾਂ ਨੂੰ ਅਤੀਤ ਦੇ ਵਿੱਚ ਪੁਸਤਕਾਂ ਮਿਲੀਆਂ ਨੇ ਜਿਨ੍ਹਾਂ ਨੂੰ ਆਪਾਂ ਪਾਂਡੂ ਲਿਪੀ ਕਹਿੰਦੇ ਆ। ਇੰਗਲਿਸ਼ ਦੇ ਵਿੱਚ ਇਹਨਾਂ ਨੂੰ ਕਹਿ ਦਿੰਦੇ ਆਪਾਂ ਮੈਨੂਸਕ੍ਰਿਪਟ। ਮੈਨੂ ਕੀ ਆ, ਇੱਕ ਲੈਟਿਨ ਭਾਸ਼ਾ ਦਾ ਸ਼ਬਦ ਹੈ ਜਿਹਦਾ ਮਤਲਬ ਹੁੰਦਾ ਹੱਥ, ਤੇ ਸਕ੍ਰਿਪਟ ਦਾ ਮਤਲਬ ਹੈਗਾ ਲਿਪੀ। ਇਹ ਹੱਥਾਂ ਨਾਲ ਲਿਖੀਆਂ ਗਈਆਂ ਨੇ, ਮਤਲਬ ਇਹ ਹੱਥ ਲਿਖਤਾਂ ਨੇ। ਇਹਨਾਂ ਨੂੰ ਲਿਖਿਆ ਜਾਂਦਾ ਸੀ ਤਾੜ ਪੱਤਰਾਂ ਉੱਪਰ ਜਾਂ ਬੁਰਜ ਨਾਮ ਦੇ ਪੇੜ ਦੀ ਛੱਲ ਉੱਤੇ ਇਹਨੂੰ ਲਿਖਿਆ ਜਾਂਦਾ ਸੀ। ਭਾਸ਼ਾ ਹੈਗੀ ਹੈ ਜਿਨ੍ਹਾਂ ਦੀ ਸੰਸਕ੍ਰਿਤ, ਪ੍ਰਾਕ੍ਰਿਤਿਕ ਤੇ ਤਮਿਲ। ਤੇ ਇਹ ਜਿਹੜੀਆਂ ਪਾਂਡੂ ਲਿਪੀਆਂ ਸੀ ਉਹ 3 ਭਾਸ਼ਾਵਾਂ ਦੇ ਵਿੱਚ ਲਿਖੀਆਂ ਗਈਆਂ ਸੀ। ਹਾਂਜੀ, ਜਿਵੇਂ ਆਪਾਂ ਨੇ ਹੁਣ ਪਾਂਡੂ ਲਿਪੀ ਬਾਰੇ ਪੜ੍ਹਿਆ ਤੇ ਉਹ ਕਿਹੜੀ ਭਾਸ਼ਾ ਦੇ ਵਿੱਚ ਲਿਖੀ ਗਈ ਇਹ ਵੀ ਦੇਖ ਲਿਆ ਆਪਾਂ, ਹੈ ਨਾ। ਤੇ ਇੱਕ ਪੁਆਇੰਟ ਮੈਂ ਤੁਹਾਨੂੰ ਇੱਥੇ ਹੋਰ ਦੱਸਦੀ ਹਾਂ ਕਿ ਲਿਪੀ ਤੇ ਭਾਸ਼ਾ ਵਿੱਚ ਅੰਤਰ ਕੀ ਆ। ਜਦੋਂ ਅਸੀਂ ਕੁਝ ਲਿਖਦੇ ਹਾਂ ਤਾਂ ਅਸੀਂ ਲਿਪੀ ਦਾ ਪ੍ਰਯੋਗ ਕਰਦੇ ਹਾਂ। ਲਿਪੀ ਅੱਖਰਾਂ ਤੇ ਚਿੰਨ੍ਹਾਂ ਤੋਂ ਬਣਦੀ ਹੈ। ਜਦੋਂ ਅਸੀਂ ਇਸ ਨੂੰ ਬੋਲਦੇ ਹਾਂ ਤਾਂ ਇਹ ਇੱਕ ਭਾਸ਼ਾ ਬਣ ਜਾਂਦੀ ਹੈ, ਠੀਕ ਹੈ। ਜਿਹੜੇ ਉਹ ਅੱਖਰ ਤੇ ਚਿੰਨ੍ਹ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਇਹ ਪਾਂਡੂ ਲਿਪੀ ਆ। ਤੇ ਜਦੋਂ ਆਪਾਂ ਉਹਨੂੰ ਬੋਲਿਆ, ਪੜ੍ਹਿਆ ਤਾਂ ਉਹ ਕੀ ਬਣ ਗਈ, ਇੱਕ ਭਾਸ਼ਾ ਬਣ ਗਈ। ਜਿਵੇਂ ਹੁਣ ਮੈਂ ਸਾਰੇ ਨੋਟਸ ਬਣਾਏ ਨੇ, ਇਹ ਮੈंने ਕੀ ਮਤਲਬ ਕਿਹੜੀ ਲਿਪੀ 'ਚ ਬਣਾਏ ਨੇ, ਗੁਰਮੁਖੀ ਲਿਪੀ ਦੇ ਵਿੱਚ ਬਣਾਏ ਨੇ। ਇਹ ਅੱਖਰ ਚਿੰਨ੍ਹ ਇਹ ਕਿਹਦੇ ਨੇ, ਗੁਰਮੁਖੀ ਲਿਪੀ ਦੇ ਨੇ। ਪਰ ਜਦੋਂ ਹੁਣ ਮੈਂ ਇਹਨੂੰ ਪੜ੍ਹ ਰਹੀ ਹਾਂ ਤਾਂ ਔਰ ਪੜ੍ਹ ਰਹੀ ਹਾਂ, ਬੋਲ ਰਹੀ ਹਾਂ ਤਾਂ ਇਹ ਕੀ ਹੈ, ਭਾਸ਼ਾ ਬਣ ਗਈ, ਪੰਜਾਬੀ ਭਾਸ਼ਾ ਬਣ ਗਈ। ਇਸ ਤਰ੍ਹਾਂ ਲਿਪੀ ਤੇ ਭਾਸ਼ਾ ਵਿੱਚ ਇਹ ਅੰਤਰ। ਇਹ ਪੁਆਇੰਟ ਤੁਸੀਂ ਯਾਦ ਰੱਖਿਓ, ਪੰਜਾਬੀ ਦੇ ਵਿੱਚ ਵੀ ਕੰਮ ਆਉਂਦਾ। ਇਹਨਾਂ ਪਾਂਡੂ ਲਿਪੀਆਂ ਉੱਪਰ ਧਾਰਮਿਕ ਵਿਸ਼ਵਾਸਾਂ ਬਾਰੇ ਲਿਖਿਆ ਜਾਂਦਾ ਸੀ। ਹੁਣ ਆਪਾਂ ਦੇਖ ਲੈਂਦੇ ਕਿ ਇਹਨਾਂ ਵਿੱਚ ਲਿਖਿਆ ਕੀ ਗਿਆ। ਰਾਜਿਆਂ ਦੇ ਜੀਵਨ ਬਾਰੇ ਲਿਖਿਆ ਜਾਂਦਾ ਸੀ, ਮਹਾਕਾਵ, ਕਵਿਤਾਵਾਂ ਅਤੇ ਨਾਟਕਾਂ ਬਾਰੇ, ਵਿਗਿਆਨ ਅਤੇ ਦਵਾਈਆਂ ਬਾਰੇ ਆਪਾਂ ਨੂੰ ਜਾਣਕਾਰੀ ਮਿਲਦੀ ਆ ਕਿ ਉਸ ਟਾਈਮ ਕਿਹੜੀਆਂ ਚੀਜ਼ਾਂ ਸੀ ਜਿਹੜੀਆਂ ਦਵਾਈਆਂ ਕਿਸ ਤਰ੍ਹਾਂ ਦੀਆਂ ਯੂਜ਼ ਕੀਤੀਆਂ ਜਾਂਦੀਆਂ ਸੀ, ਹੈ ਨਾ, ਇਲਾਜ ਕਿਵੇਂ ਕੀਤਾ ਜਾਂਦਾ ਸੀ। ਤੇ ਵਿਗਿਆਨ ਬਾਰੇ ਕਿੰਨੀ ਕੁ ਜਾਣਕਾਰੀ ਸੀ ਇਨਸਾਨ ਨੂੰ। ਬਹੁਤ ਸਾਰੀਆਂ ਪਾਂਡੂ ਲਿਪੀਆਂ ਕਹਿੰਦੇ ਨਸ਼ਟ ਹੋ ਗਈਆਂ, ਪਰ ਬਹੁਤ ਸਾਰੀਆਂ ਹਲੇ ਵੀ ਹੈਗੀਆਂ ਨੇ ਜਿਨ੍ਹਾਂ ਤੋਂ ਆਪਾਂ ਨੂੰ ਜਾਣਕਾਰੀ ਮਿਲੀ ਆ। ਧਾਰਮਿਕ ਪੁਸਤਕਾਂ ਲਿਖੀਆਂ ਗਈਆਂ ਨੇ, ਜਿਵੇਂ ਵੇਦ ਹੋ ਗਿਆ, ਬ੍ਰਾਹਮਣ ਗ੍ਰੰਥ ਹੋ ਗਿਆ। ਇਹਨਾਂ ਤੋਂ ਆਪਾਂ ਨੂੰ ਪਤਾ ਲੱਗਦਾ ਪ੍ਰਾਚੀਨ ਇਤਿਹਾਸ ਬਾਰੇ। ਆਰਣਕਿਆ, ਉਪਨਿਸ਼ਦ, ਸੂਤਰ, ਮਹਾਕਾਵ ਹੋ ਗਏ, ਜਿਵੇਂ ਰਾਮਾਇਣ ਹੋ ਗਈ, ਮਹਾਭਾਰਤ ਹੋ ਗਿਆ, ਪੁਰਾਣ ਹੋ ਗਏ, ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਹਾਂ, ਸਾਹਿਤਕ ਸਰੋਤ ਕਹਿੰਦੇ ਹਾਂ। ਜਿੰਨੀਆਂ ਵੀ ਬੁੱਕਸ ਨੇ ਇਹਨਾਂ ਨੂੰ ਆਪਾਂ ਕੀ ਕਹਿੰਦੇ ਹੁੰਦੇ ਆ, ਇਹ ਸਾਰੀਆਂ ਕੀ ਨੇ ਜੀ, ਸਾਹਿਤਕ ਸਰੋਤ ਨੇ। ਮਨੂ ਸਮ੍ਰਿਤੀ ਇੱਕ ਧਾਰਮਿਕ ਸ਼ਾਸਤਰ ਆ ਜੋ ਕਿ ਕਾਨੂੰਨ ਨਾਲ ਸੰਬੰਧਿਤ ਗ੍ਰੰਥ ਆ। ਕੌਟਲਿਆ ਦੁਆਰਾ ਅਰਥ ਸ਼ਾਸਤਰ ਨਾਂ ਦੀ ਪੁਸਤਕ ਲਿਖੀ ਗਈ ਜਿਨ੍ਹਾਂ ਤੋਂ ਆਪਾਂ ਨੂੰ ਇਤਿਹਾਸ ਬਾਰੇ ਪਤਾ ਲੱਗਦਾ। ਭਾਸ ਅਤੇ ਕਾਲੀਦਾਸ ਦੁਆਰਾ ਬਹੁਤ ਸਾਰੇ ਨਾਟਕ ਲਿਖੇ ਗਏ। ਆਰੀਆ ਭੱਟ ਅਤੇ ਵਰਾਹਮਿਹਿਰ ਵਰਗੇ ਵਿਗਿਆਨੀਆਂ ਨੇ ਆਪਣੀਆਂ ਖੋਜਾਂ ਬਾਰੇ ਪੁਸਤਕਾਂ ਲਿਖੀਆਂ ਸੀ। ਇਸ ਤਰ੍ਹਾਂ ਇਹ ਚੀਜ਼ਾਂ ਨੇ, ਪਾਂਡੂ ਲਿਪੀ ਹੋ ਗਈ ਤੇ ਬਾਕੀ ਧਰਮ ਨਾਲ ਸੰਬੰਧਿਤ ਹੋ ਗਈਆਂ ਜਾਂ ਬਾਕੀ ਹੋਰ ਕਿਸੇ ਵਿਸ਼ੇ ਨਾਲ ਸੰਬੰਧਿਤ ਪੁਸਤਕਾਂ, ਹੈ ਨਾ, ਜਿਨ੍ਹਾਂ ਤੋਂ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਇਤਿਹਾਸ ਬਾਰੇ।
ਆਪਾਂ ਨੂੰ ਪਤਾ ਲੱਗਦਾ ਕਿ ਭਾਈ ਇਤਿਹਾਸ ਦੇ ਵਿੱਚ ਆ ਘਟਨਾਵਾਂ ਹੋਈਆਂ ਨੇ। ਠੀਕ ਹੈ ਜੀ। ਹਾਂਜੀ, ਅਗਲਾ ਸਰੋਤ ਹੈਗਾ ਸ਼ਿਲਾਲੇਖ ਜਾਂ ਅਭਿਲੇਖ। ਸ਼ਿਲਾਲੇਖ ਵੀ ਕਹਿ ਦਿੰਦੇ ਆ, ਅਭਿਲੇਖ ਵੀ ਕਹਿ ਦਿੰਦੇ ਆਪਾਂ ਇਹਨਾਂ ਨੂੰ। ਇਹ ਕਠੋਰ ਸਤਹ ਉੱਪਰ ਲਿਖੇ ਜਾਂਦੇ ਸੀ, ਪੱਥਰਾਂ ਜਾਂ ਸਤੰਭਾਂ ਤੇ ਲਿਖੇ ਮਿਲਦੇ ਨੇ। ਇਹ ਰਾਜਿਆਂ ਦੇ ਆਦੇਸ਼ਾਂ ਉੱਪਰ ਇਹਨਾਂ ਨੂੰ ਲਿਖਿਆ ਜਾਂਦਾ ਸੀ, ਕਿਉਂਕਿ ਰਾਜਾ ਚਾਹੁੰਦਾ ਸੀ ਕਿ ਲੋਕ ਆਉਣ, ਇਸ ਨੂੰ ਪੜ੍ਹਨ ਅਤੇ ਇਹਨਾਂ ਚੀਜ਼ਾਂ ਦੀ ਪਾਲਣਾ ਕਰਨ। ਰਾਜਾ ਆਪਣੀਆਂ ਜਿੱਤਾਂ ਬਾਰੇ ਵੀ ਸ਼ਿਲਾਲੇਖਾਂ ਤੇ ਲਿਖਵਾਉਂਦਾ ਸੀ। ਕੰਧਾਰ ਸ਼ਿਲਾਲੇਖ ਜਿਹੜਾ ਕਿ ਸਮਰਾਟ ਅਸ਼ੋਕ ਦੇ ਕਹਿਣ ਤੇ ਲਿਖਿਆ ਗਿਆ ਸੀ, ਉਹ ਵਰਤਮਾਨ ਸਮੇਂ ਦੇ ਵਿੱਚ ਅਫਗਾਨਿਸਤਾਨ ਵਿੱਚ ਹੈ। ਸ਼ਿਲਾਲੇਖਾਂ ਦੇ ਅਧਿਐਨ ਨੂੰ ਆਪਾਂ ਕੀ ਕਹਿੰਦੇ ਹਾਂ ਜੀ? ਪੁਰਾਲੇਖ ਵਿਦਿਆ। ਦੇਖੋ, ਜਿਹੜੀ ਵੀ ਚੀਜ਼ ਪੱਥਰ ਸਤੰਭ ਤੇ ਲਿਖੀ ਗਈ ਆ, ਜੋ ਵੀ ਇਹਨਾਂ ਉੱਪਰ ਲਿਖਿਆ ਗਿਆ, ਇਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਸ਼ਿਲਾਲੇਖ ਕਹਿ ਦਿੰਦੇ ਹਾਂ। ਇਹ ਵੀ ਇੱਕ ਮਹੱਤਵਪੂਰਨ ਸਰੋਤ ਨੇ ਜਿਨ੍ਹਾਂ ਤੋਂ ਆਪਾਂ ਨੂੰ ਪ੍ਰਾਚੀਨ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਆ। ਹਾਂਜੀ, ਅੱਗੇ ਹੈਗੇ ਨੇ ਪੁਰਾਤੱਤਵ ਸਰੋਤ। ਬਹੁਤ ਸਾਰੀਆਂ ਵਸਤੂਆਂ ਅਤੀਤ ਵਿੱਚ ਬਣੀਆਂ ਤੇ ਪ੍ਰਯੋਗ ਵਿੱਚ ਲਿਆਂਦੀਆਂ ਗਈਆਂ। ਇਹਨਾਂ ਦਾ ਅਧਿਐਨ ਕਰਨ ਵਾਲੇ ਵਿਅਕਤੀ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਪੁਰਾਤੱਤਵ ਵਿਗਿਆਨੀ। ਪ੍ਰਾਚੀਨ ਕਸਬੇ ਤੇ ਨਗਰਾਂ ਦੀ ਖੁਦਾਈ ਕਰਕੇ ਇਹਨਾਂ ਵਸਤਾਂ ਨੂੰ ਲੱਭਿਆ ਗਿਆ ਹੈ। ਪੁਰਾਤਨ ਇਮਾਰਤਾਂ ਜਿਨ੍ਹਾਂ ਤੋਂ ਸਾਨੂੰ ਉਸ ਸਮੇਂ ਦੀ ਇੱਟਾਂ ਬਾਰੇ ਜਾਣਕਾਰੀ ਮਿਲਦੀ ਹੈ, ਜਾਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਹੋ ਗਈਆਂ। ਤੇ ਹੋਰ ਕਿਹੜੇ ਨੇ? ਜਿਵੇਂ ਸਿੱਕੇ ਹੋ ਗਏ, ਹਥਿਆਰ, ਹੱਡੀਆਂ, ਗਹਿਣੇ, ਔਜ਼ਾਰ ਜਾਂ ਮੂਰਤੀਆਂ। ਤੇ ਕੁਝ ਪੱਥਰ, ਮਤਲਬ ਕਿ ਕੁਝ ਚੀਜ਼ਾਂ ਹੈ ਜਿਹਨਾਂ ਨੇ ਪੱਥਰ, ਪੱਕੀ ਮਿੱਟੀ ਜਿਹੀ ਧਾਤੂ ਦੀਆਂ ਬਣੀਆਂ ਹੁੰਦੀਆਂ ਨੇ, ਜਿਹੜੀਆਂ ਕਿ ਜਲਦੀ ਨਸ਼ਟ ਨਹੀਂ ਹੁੰਦੀਆਂ। ਉਹਨਾਂ ਬਾਰੇ ਜਦੋਂ ਮਤਲਬ ਕਿ ਉਹਨਾਂ ਤੋਂ ਆਪਾਂ ਨੂੰ ਪਤਾ ਲੱਗਦਾ ਵੀ ਜਿਹੜੀਆਂ ਚੀਜ਼ਾਂ ਅੱਜ ਵੀ ਹੈਗੀਆਂ ਨੇ ਜੋ ਨਸ਼ਟ ਨਹੀਂ ਹੋਈਆਂ, ਉਹਨਾਂ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਪਹਿਲਾਂ ਵਾਲੇ ਲੋਕਾਂ ਦਾ ਜਿਹੜਾ ਜੀਵਨ ਸੀ ਉਹ ਕਿਸ ਤਰ੍ਹਾਂ ਦਾ ਸੀ, ਕਿਹੜੀਆਂ ਚੀਜ਼ਾਂ ਦਾ ਉਹ ਇਸਤੇਮਾਲ ਕਰਦੇ ਸੀ, ਹੈ ਨਾ, ਆਪਣੇ ਰੋਜ਼ਾਨਾ ਜੀਵਨ ਦੇ ਵਿੱਚ। ਇਹਨਾਂ ਤੋਂ ਆਪਾਂ ਨੂੰ ਪ੍ਰਾਚੀਨ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਆ ਕਿ ਲੋਕ ਇਹ ਚੀਜ਼ਾਂ ਵਰਤਦੇ ਸੀ ਜਿਹੜੇ ਕਿ ਪ੍ਰਾਚੀਨ ਸਮੇਂ ਦੇ ਵਿੱਚ ਲੋਕ ਸੀਗੇ। ਹਾਂਜੀ, ਅੱਗੇ ਹੈਗੇ ਨੇ ਸਮਾਰਕ। ਸਮਾਰਕਾਂ ਤੋਂ ਆਪਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਆ। ਸਮਾਰਕਾਂ ਦਾ ਅਧਿਐਨ ਕਰਨ ਨਾਲ ਮਹੱਤਵਪੂਰਨ ਇਤਿਹਾਸਿਕ ਜਾਣਕਾਰੀ ਮਿਲਦੀ ਹੈ, ਜਿਵੇਂ ਸਤੰਭ ਹੋ ਗਏ, ਕਿਲੇ ਹੋ ਗਏ, ਮਹਿਲ ਹੋ ਗਏ, ਜਿਹੜੇ ਕਿ ਹਜ਼ਾਰਾਂ ਸਾਲ ਪਹਿਲਾਂ ਬਣੇ ਹੋਏ ਨੇ, ਹੈ ਨਾ। ਇਹਨਾਂ ਵਿੱਚ ਹੋ ਗਏ ਸਾਂਚੀ ਦਾ ਸਤੂਪ, ਅਸ਼ੋਕ ਦੇ ਸਤੰਭ, ਨਾਲੰਦਾ ਯੂਨੀਵਰਸਿਟੀ ਦੇ ਖੰਡਰ। ਇਹਨਾਂ ਤੋਂ ਆਪਾਂ ਨੂੰ ਪ੍ਰਾਚੀਨ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ। ਇਹ ਵੀ ਇੱਕ ਸਰੋਤ ਨੇ ਜਿਹੜੀਆਂ ਪ੍ਰਾਚੀਨ ਇਮਾਰਤਾਂ ਨੇ ਜਿਹੜੀਆਂ ਕਿ ਆਪਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਦਿੰਦੀਆਂ ਨੇ। ਅੱਗੇ ਹੈਗੇ ਨੇ ਜੀ ਤਾਮਰ ਪੱਤਰ। ਪ੍ਰਾਚੀਨ ਕਾਲ ਵਿੱਚ ਤਾਮਰ ਪੱਤਰਾਂ ਦੀ ਵਰਤੋਂ ਭੂਮੀ ਨੂੰ ਖਰੀਦਣ, ਵੇਚਣ ਅਤੇ ਭੂਮੀ ਦਾਨ ਕਰਨ ਲਈ ਕੀਤੀ ਜਾਂਦੀ ਸੀ। ਇਹ ਕੀ ਹੈ? ਇੱਕ ਸਰਕਾਰੀ ਦਸਤਾਵੇਜ਼ ਆ ਜਿਹ ਤੋਂ ਆਪਾਂ ਨੂੰ ਇਤਿਹਾਸ ਬਾਰੇ ਪਤਾ ਲੱਗਦਾ ਕਿ ਪਹਿਲਾਂ ਲੋਕ ਮਤਲਬ ਕਿ ਭੂਮੀ ਦੀ ਖਰੀਦ ਵੇਚ ਸੀ ਜਿਹੜੀ ਉਹ ਕਿਸ ਤਰ੍ਹਾਂ ਕਰਦੇ ਸੀ। ਹਾਂਜੀ, ਹੁਣ ਆਪਾਂ ਪੜ੍ਹ ਲੈਂਦੇ ਹਾਂ ਕੁਝ ਇੰਪੋਰਟੈਂਟ ਡੇਟਸ ਜਿਹੜੀਆਂ ਕਿ ਹਿਸਟਰੀ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਨੇ। ਸਭ ਤੋਂ ਪਹਿਲਾਂ ਹੈਗਾ BC, ਬਿਫੋਰ ਕ੍ਰਾਈਸਟ, ਮਤਲਬ ਈਸਾ ਪੂਰਵ। ਈਸਾ ਦੇ ਜਨਮ ਤੋਂ ਪਹਿਲਾਂ ਦਾ ਸਮਾਂ, ਜਿਹੜਾ ਜਦੋਂ ਤੱਕ ਹਲੇ ਈਸਾ ਦਾ ਜਨਮ ਨਹੀਂ ਹੋਇਆ ਸੀ ਉਹਨੂੰ ਆਪਾਂ ਕਹਿੰਦੇ ਆ ਈਸਾ ਪੂਰਵ। ਅੱਗੇ ਹੈਗਾ AD, ਮਤਲਬ ਐਨੋ ਡੋਮਿਨੀ। ਐਨੋ ਡੋਮਿਨੀ ਦੇ ਜਿਹੜੇ ਇਹ ਵਰਡ ਨੇ ਦੋਨੋਂ ਲੈਟਿਨ ਭਾਸ਼ਾ ਦੇ ਨੇ। AD ਦਾ ਮਤਲਬ ਹੈਗਾ ਈਸਾ ਦੇ ਜਨਮ ਵਾਲਾ ਸਾਲ, ਜਦੋਂ ਆਪਾਂ ਈਸਵੀ ਲਗਾਉਣਾ ਸ਼ੁਰੂ ਕਰ ਦਿੰਦੇ ਆ। ਅੱਗੇ ਹੈਗਾ CE ਨੂੰ ਆਪਾਂ ਕਹਿੰਦੇ ਕਾਮਨ ਏਰਾ। ਇਹਨੂੰ ਆਪਾਂ AD ਦੀ ਜਗ੍ਹਾ 'ਤੇ ਹੀ ਯੂਜ਼ ਕਰ ਲੈਂਦੇ ਆ। AD ਤੇ CE ਦੋਨਾਂ ਦਾ ਮੀਨਿੰਗ ਸੇਮ ਆ। ਈਸਾ ਦੇ ਜਨਮ ਵਾਲਾ ਸਾਲ ਆ ਜਿਹੜਾ, ਉਹਨੂੰ ਕਾਮਨ ਏਰਾ ਵੀ ਕਹਿ ਦਿੰਦੇ ਆ ਆਪਾਂ। ਅੱਗੇ ਹੈਗਾ BCE, ਮਤਲਬ ਬਿਫੋਰ ਕਾਮਨ ਏਰਾ। ਇਹਨੂੰ ਆਪਾਂ BC ਦੀ ਜਗ੍ਹਾ 'ਤੇ ਯੂਜ਼ ਕਰ ਲੈਂਦੇ ਆ। BC ਤੇ BCE ਦੋਨਾਂ ਦਾ ਮੀਨਿੰਗ ਵੀ ਸੇਮ ਹੀ ਆ, ਮਤਲਬ ਈਸਾ ਦੇ ਜਨਮ ਤੋਂ ਪਹਿਲਾਂ ਦਾ ਜਿਹੜਾ ਸਮਾਂ ਸੀ। ਤਾਂ ਇਹ ਨੇ ਕੁਝ ਇੰਪੋਰਟੈਂਟ ਡੇਟਸ ਜਿਹੜੀਆਂ ਆਪਾਂ ਹਿਸਟਰੀ ਦੇ ਵਿੱਚ ਯੂਜ਼ ਕਰਦੇ ਹਾਂ, ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ। ਹਾਂਜੀ, ਇਹ ਸੀ ਸਾਡੀ ਅੱਜ ਦੀ ਕਲਾਸ, ਜਿਹਦੇ ਵਿੱਚ ਆਪਾਂ ਨੇ ਦੇਖਿਆ ਕਿ ਆਪਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਕਿੱਥੋਂ ਮਿਲਦੀ ਆ, ਕਿਹੜੇ ਸਰੋਤਾਂ ਤੋਂ ਮਿਲਦੀ ਆ, ਤੇ ਲੋਕ ਸਭ ਤੋਂ ਪਹਿਲਾਂ ਕਿੱਥੇ ਰਹਿੰਦੇ ਸੀ। ਤੇ ਜਿਵੇਂ ਕਾਫੀ ਸਾਰੀਆਂ ਸਰੋਤਾਂ ਦੇ ਵਿੱਚ ਕਾਫੀ ਸਾਰੀਆਂ ਬੁੱਕਸ ਹੋ ਗਈਆਂ, ਇਮਾਰਤਾਂ ਹੋ ਗਈਆਂ, ਹੈ ਨਾ, ਜਿਨ੍ਹਾਂ ਤੋਂ ਆਪਾਂ ਨੂੰ ਪ੍ਰਾਚੀਨ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਆ। ਜਿੰਨੇ ਵੀ ਆਪਣੇ ਪੁਆਇੰਟ ਇਹ ਚੈਪਟਰ ਦੇ ਵਿੱਚ ਦੇਖੇ ਨੇ ਨਾ, ਇਹ ਅਗਲੇ ਮਤਲਬ ਕਿ ਅਗਲੇ ਜਿਹੜੇ ਆਪਣੇ ਚੈਪਟਰ ਆਉਣਗੇ ਉਹਨਾਂ ਦੇ ਵਿੱਚ ਇਹ ਸਾਰੇ ਕਨਸੈਪਟ ਨੇ ਜਿਹੜੇ ਉਹ ਡੀਪਲੀ ਤੇ ਆਪਾਂ ਡਿਟੇਲ ਦੇ ਵਿੱਚ ਪੜਾਂਗੇ, ਸਾਰੇ ਕਲੀਅਰ ਹੋ ਜਾਣਗੇ। ਕਿਉਂਕਿ ਇਹ ਆਪਣਾ ਟੌਪਿਕ ਸੀ ਜਿਹਦੇ ਵਿੱਚ ਆਪਾਂ ਨੇ ਸਿਰਫ ਇਹੀ ਦੇਖਣਾ ਸੀ ਕਿ ਆਪਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਕਿੱਥੋਂ ਮਿਲਦੀ ਆ। ਠੀਕ ਹੈ ਜੀ, ਇਹ ਸੀ ਸਾਡੀ ਅੱਜ ਦੀ ਕਲਾਸ। ਮਿਲਦੇ ਆਂ ਫਿਰ ਨੈਕਸਟ ਕਲਾਸ ਦੇ ਵਿੱਚ।